ਮੇਰਾ ਪਤੀ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਸੀ ਜਦੋਂ ਉਸਨੂੰ ਪਤਾ ਚੱਲਿਆ ਕਿ ਮੈਂ ਬੇਟਾ ਪੈਦਾ ਕਰਨ ਵਾਲੀ ਹਾਂ। ਪਰ ਇੱਕ ਦਿਨ ਮੇਰੀ ਦਰਾਣੀ ਮੈਨੂੰ ਕਹਿਣ ਲੱਗੀ ਕਿ ਤੇਰਾ ਪਤੀ ਤੇਰੇ 'ਤੇ ਬਹੁਤ ਜ਼ੁਲਮ ਕਰਦਾ ਹੈ। ਪਰ ਮੈਂ ਕਿਹਾ ਮੇਰਾ ਪਤੀ ਮੇਰੀ ਬਹੁਤ ਦੇਖਭਾਲ ਕਰਦਾ ਹੈ। ਜਦੋਂ ਤੱਕ ਮੈਂ ਸੌਂ ਨਾ ਜਾਵਾਂ ਉਹ ਨਹੀਂ ਸੌਂਦੇ। ਤਾਂ ਉਹ ਕਹਿਣ ਲੱਗੀ ਕਿ ਅੱਜ ਰਾਤ ਸੌਂਵੀਂ ਨਾ। ਮੈਂ ਉਸਦੀ ਗੱਲ ਮੰਨ ਕੇ ਰਾਤ ਨੂੰ ਸੌਣ ਦਾ ਨਾਟਕ ਕਰਨ ਲੱਗੀ। ਪਰ ਥੋੜ੍ਹੀ ਦੇਰ ਬਾਅਦ ਜੋ ਮੈਂ ਦੇਖਿਆ ਉਹ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰਾ ਨਾਮ ਸੁਮਨ ਹੈ। ਮੈਂ ਇੱਕ ਨਰਸ ਸੀ। ਮੇਰੀ ਉਮਰ 26 ਸਾਲ ਹੈ ਅਤੇ ਮੈਂ ਇੱਕ ਖਾਂਦੇ ਪੀਂਦੇ ਚੰਗੇ ਘਰਾਣੇ ਨਾਲ ਸੰਬੰਧ ਰੱਖਦੀ ਸੀ। ਮੈਂ ਆਪਣੇ ਘਰ ਵਿੱਚ ਕਦੇ ਪੈਸਿਆਂ ਦੀ ਕਮੀ ਨਹੀਂ ਦੇਖੀ ਸੀ। ਮੇਰੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਕਿਉਂਕਿ ਮੇਰੀ ਤਨਖਾਹ ਵੀ ਵਧੀਆ ਸੀ। ਦੂਜਾ, ਮੈਂ ਕਿਸੇ ਦੁਖੀ ਇਨਸਾਨ ਦੀ ਸੇਵਾ ਵੀ ਕਰ ਪਾਉਂਦੀ ਸੀ। ਪਾਪਾ ਚਾਹੁੰਦੇ ਸਨ ਕਿ ਹੁਣ ਮੇਰਾ ਵਿਆਹ ਹੋ ਜਾਵੇ। ਮੈਨੂੰ ਵੀ ਇਸ ਫੈਸਲੇ 'ਤੇ ਕੋਈ ਇਤਰਾਜ਼ ਨਹੀਂ ਸੀ। ਪਾਪਾ ਨੇ ਮੇਰੇ ਲਈ ਮੁੰਡਾ ਪਸੰਦ ਕਰ ਲਿਆ। ਜਿਸ ਦਿਨ ਮੇਰੀ ਮੰਗਣੀ ਸੀ, ਮੈਂ ਬੜੀ ਤੇਜ਼ੀ ਨਾਲ ਘਰ ਜਾਣ ਲਈ ਗੱਡੀ ਚਲਾ ਰਹੀ ਸੀ। ਅਚਾਨਕ ਇੱਕ ਔਰਤ ਗੱਡੀ ਦੇ ਸਾਹਮਣੇ ਆ ਗਈ। ਉਸਦੀ ਗੱਡੀ ਨਾਲ ਟੱਕਰ ਹੋ ਗਈ। ਮੈਂ ਘਬਰਾ ਗਈ ਤੇ ਬਾਹਰ ਨਿਕਲੀ ਤਾਂ ਉਸਦੀ ਲੱਤ 'ਤੇ ਚੋਟ ਆਈ ਸੀ। ਮੈਂ ਉਸਨੂੰ ਨੇੜੇ ਦੇ ਕਲੀਨਿਕ 'ਤੇ ਲੈ ਗਈ, ਉਸਦੀ ਮਲਮ ਪੱਟੀ ਕਰਵਾਈ। ਫਿਰ ਮੈਂ ਘਰ ਆ ਗਈ। ਉਸਨੂੰ ਕਿਹਾ ਕਿ ਅਗਲੇ ਦਿਨ ਹਸਪਤਾਲ ਆ ਜਾਵੀਂ। ਮੇਰੀ ਮੰਗਣੀ ਹੋ ਗਈ। ਮੇਰਾ ਹੋਣ ਵਾਲਾ ਪਤੀ ਬਹੁਤ ਸ਼ਰੀਫ ਲੱਗ ਰਿਹਾ ਸੀ। ਉਹ ਮੇਰੇ ਪਾਪਾ ਦੀ ਪਸੰਦ ਸੀ। ਮੇਰਾ ਵਿਆਹ ਵੀ ਤੈਅ ਹੋ ਗਿਆ। ਅਗਲੇ ਦਿਨ ਉਹ ਔਰਤ ਮੇਰੇ ਕੋਲ ਹਸਪਤਾਲ ਆ ਗਈ। ਮੈਂ ਉਸਦਾ ਹਾਲ ਚਾਲ ਪੁੱਛਿਆ, ਉਸਨੂੰ ਦਵਾਈ ਦਿੱਤੀ। ਅਗਲੇ ਕੁਝ ਦਿਨਾਂ ਤੱਕ ਉਹ ਉੱਥੇ ਆਉਂਦੀ ਰਹੀ। ਮੇਰੀ ਉਸ ਨਾਲ ਚੰਗੀ ਜਾਣ ਪਹਿਚਾਣ ਹੋ ਗਈ। ਫਿਰ ਉਸਨੇ ਆਉਣਾ ਛੱਡ ਦਿੱਤਾ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਿਜ਼ੀ ਹੋ ਗਈ। ਵਿਆਹ ਤੋਂ ਪਹਿਲਾਂ ਮੇਰੀ 2-3 ਵਾਰ ਆਪਣੀ ਮੰਗੇਤਰ ਨਾਲ ਮੁਲਾਕਾਤ ਹੋਈ। ਉਹ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਹੀ ਚੰਗਾ ਲੱਗ ਰਿਹਾ ਸੀ ਜਾਂ ਫਿਰ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ। ਘਰ ਆ ਕੇ ਜਦੋਂ ਮੈਂ ਇਹ ਸਭ ਕੁਝ ਆਪਣੀ ਮਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਤੂੰ ਬੇਕਾਰ ਹੀ ਉਸ 'ਤੇ ਸ਼ੱਕ ਕਰ ਰਹੀ ਹੈ। ਉਸਦਾ ਪੂਰਾ ਖਾਨਦਾਨ ਬਹੁਤ ਚੰਗਾ ਅਤੇ ਸ਼ਰੀਫ ਹੈ। ਮੈਂ ਵੀ ਮਾਂ ਦੀ ਗੱਲ ਮੰਨ ਕੇ ਸਭ ਕੁਝ ਹਾਲਾਤ 'ਤੇ ਛੱਡ ਦਿੱਤਾ। ਸੋਚਿਆ ਕਿ ਮੇਰੇ ਮਾਤਾ ਪਿਤਾ ਨੇ ਮੇਰੇ ਲਈ ਕੁਝ ਚੰਗਾ ਹੀ ਸੋਚਿਆ ਹੋਵੇਗਾ। ਦੇਖਦੇ ਹੀ ਦੇਖਦੇ ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਮੈਂ ਵਿਆਹ ਕਰਕੇ ਆਪਣੇ ਸਸੁਰਾਲ ਆਈ ਤਾਂ ਮੇਰੇ ਸਵਾਗਤ ਨੂੰ ਸਾਹਮਣੇ ਜੋ ਕੁੜੀ ਖੜੀ ਸੀ ਉਸਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਇਹ ਤਾਂ ਉਹੀ ਕੁੜੀ ਕੋਮਲ ਸੀ ਜੋ ਮੇਰੀ ਗੱਡੀ ਨਾਲ ਟਕਰਾਈ ਸੀ। ਮੈਂ ਉਸਨੂੰ ਪੁੱਛਿਆ ਕਿ ਤੂੰ ਇੱਥੇ? ਉਹ ਕਹਿਣ ਲੱਗੀ ਕਿ ਮੈਂ ਵੀ ਤੁਹਾਨੂੰ ਇੱਥੇ ਦੇਖ ਕੇ ਬਹੁਤ ਹੈਰਾਨ ਹਾਂ। ਮੈਂ ਤੁਹਾਡੀ ਦਰਾਣੀ ਹਾਂ। ਮੈਂ ਉਸਦੀ ਗੱਲ ਸੁਣ ਕੇ ਚੌਂਕ ਗਈ। ਮੇਰੀ ਦਰਾਣੀ ਤਾਂ ਕੋਈ ਹੋਰ ਸੀ ਜੋ ਵਿਆਹ ਵਿੱਚ ਮੇਰੇ ਦਿਓਰ ਨਾਲ ਫਿਰ ਰਹੀ ਸੀ। ਫਿਰ ਇਹ ਕੁੜੀ ਕੌਣ ਸੀ ਜੋ ਆਪਣੇ ਆਪ ਨੂੰ ਮੇਰੀ ਦਰਾਣੀ ਕਹਿ ਰਹੀ ਸੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਉਸਨੂੰ ਕੁਝ ਹੋਰ ਪੁੱਛਦੀ, ਮੇਰੀ ਸੱਸ ਕਹਿਣ ਲੱਗੀ ਕਿ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਪਹਿਲਾਂ ਰਸਮਾਂ ਪੂਰੀਆਂ ਕਰ ਲਵੋ। ਮੈਨੂੰ ਕਮਰੇ ਅੰਦਰ ਲਿਜਾਇਆ ਗਿਆ। ਇਸ ਘਰ ਵਿੱਚ ਜੋ ਕੁਝ ਹੋ ਰਿਹਾ ਸੀ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਪਹਿਲਾਂ ਤਾਂ ਮੈਨੂੰ ਇਹ ਅਜੀਬ ਲੱਗ ਰਿਹਾ ਸੀ ਕਿ ਵੱਡੇ ਭਰਾ ਤੋਂ ਪਹਿਲਾਂ ਛੋਟੇ ਦਾ ਵਿਆਹ ਹੋ ਗਿਆ ਸੀ। ਹੁਣ ਪਤਾ ਚੱਲਦਾ ਹੈ ਕਿ ਮੇਰੇ ਦਿਓਰ ਦੀਆਂ 2 ਪਤਨੀਆਂ ਹਨ। ਇਹ ਗੱਲ ਮੇਰੀ ਸੱਸ ਨੇ ਛੁਪਾ ਕੇ ਰੱਖੀ ਸੀ। ਕੁਝ ਦੇਰ ਬਾਅਦ ਮੇਰਾ ਪਤੀ ਪ੍ਰਦੀਪ ਮੇਰੇ ਕਮਰੇ ਵਿੱਚ ਆਇਆ। ਉਹ ਬਹੁਤ ਤਮੀਜ਼ ਨਾਲ ਮੇਰੇ ਕੋਲ ਬੈਠਿਆ। ਮੈਂ ਦੇਖ ਕੇ ਖੁਸ਼ ਹੋਈ ਕਿ ਚਲੋ ਮੇਰਾ ਪਤੀ ਤਾਂ ਸ਼ਰੀਫ ਆਦਮੀ ਹੈ। ਮੈਂ ਉਹਨਾਂ ਨੂੰ ਕੋਮਲ ਬਾਰੇ ਸਵਾਲ ਕੀਤਾ। ਪ੍ਰਦੀਪ ਨੇ ਕਿਹਾ ਕਿ ਉਹ ਮੇਰੇ ਭਰਾ ਦੀ ਪਹਿਲੀ ਪਤਨੀ ਹੈ। ਮੈਂ ਹੈਰਾਨੀ ਨਾਲ ਕਿਹਾ ਕਿ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜੀ ਪਤਨੀ ਦੀ ਕੀ ਜ਼ਰੂਰਤ ਪੈ ਗਈ ਤੁਹਾਡੇ ਭਰਾ ਨੂੰ? ਕੋਮਲ ਦਾ ਭੋਲਾ ਭਾਲਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀ। ਜਿਸ ਨਾਲ ਇੰਨਾ ਗਲਤ ਹੋਇਆ ਸੀ। ਮੇਰਾ ਪਤੀ ਕੁਝ ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਮੈਂ ਬਹੁਤ ਸਾਰੇ ਸਵਾਲਾਂ ਵਿੱਚ ਉਲਝ ਗਈ ਸੀ। ਮੇਰੀ ਸੱਸ ਤੇ ਦਰਾਣੀ ਜ਼ਿਆਦਾਤਰ ਕੋਮਲ 'ਤੇ ਜ਼ੁਲਮ ਕਰਦੀਆਂ ਸਨ। ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਵਿਚਾਰੀ ਸਵੇਰੇ ਉੱਠ ਕੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੀ, ਪਰ ਫਿਰ ਵੀ ਉਸ ਨਾਲ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ। ਵਿਚਾਰੀ ਬਹੁਤ ਸਿੱਧੀ ਸਾਦੀ ਸੀ। ਕਿਸੇ ਦੇ ਸਾਹਮਣੇ ਆਪਣੀ ਜ਼ੁਬਾਨ ਨਹੀਂ ਖੋਲ੍ਹਦੀ ਸੀ, ਪਰ ਉਸਦਾ ਪਤੀ ਵੀ ਉਸਨੂੰ ਕੁਝ ਨਹੀਂ ਸਮਝਦਾ ਸੀ। ਮੈਂ ਕੋਮਲ ਤੋਂ ਪੁੱਛਿਆ ਕਿ ਇਹ ਸਭ ਕੁਝ ਕੀ ਹੈ। ਉਹ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਅਮਨ ਦੀ ਬਚਪਨ ਦੀ ਮੰਗੇਤਰ ਸੀ, ਪਰ ਉਹ ਕਿਸੇ ਹੋਰ ਨੂੰ ਪਸੰਦ ਕਰਨ ਲੱਗੇ, ਇਸ ਲਈ ਮੇਰੇ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਮੈਂ ਯਤੀਮ ਸੀ। ਫਿਰ ਦਾਦੀ ਕਰਕੇ ਮੇਰਾ ਵਿਆਹ ਜ਼ਬਰਦਸਤੀ ਅਮਨ ਨਾਲ ਕਰਵਾ ਦਿੱਤਾ ਗਿਆ, ਪਰ ਅਮਨ ਤੇ ਉਹਨਾਂ ਦੀ ਮਾਂ ਨੇ ਮੈਨੂੰ ਕਦੇ ਨਹੀਂ ਅਪਣਾਇਆ। ਦਾਦੀ ਦੀ ਮੌਤ ਤੋਂ ਬਾਅਦ ਅਮਨ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਮੈਂ ਇਸ ਘਰ ਵਿੱਚ ਨੌਕਰਾਣੀ ਬਣ ਕੇ ਰਹਿ ਗਈ ਹਾਂ। ਮੈਨੂੰ ਤਾਂ ਹੁਣ ਇਹਨਾਂ ਸਭ ਦੀ ਆਦਤ ਹੋ ਗਈ ਹੈ। ਕੋਮਲ ਦੀ ਇਸ ਕਹਾਣੀ ਸੁਣ ਕੇ ਮੈਨੂੰ ਉਸ ਨਾਲ ਜ਼ਿਆਦਾ ਹਮਦਰਦੀ ਹੋਣ ਲੱਗੀ। ਹੁਣ ਮੇਰੀ ਉਸ ਨਾਲ ਚੰਗੀ ਦੋਸਤੀ ਹੋ ਗਈ ਸੀ, ਪਰ ਮੇਰੀ ਸੱਸ ਤੇ ਦਰਾਣੀ ਨੂੰ ਇਹ ਗੱਲ ਪਸੰਦ ਨਹੀਂ ਸੀ, ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਮੈਂ ਕੰਮ ਤੋਂ ਥੱਕੀ ਹਾਰੀ ਵਾਪਸ ਆਉਂਦੀ ਤਾਂ ਉਹ ਮੇਰੇ ਲਈ ਖਾਣਾ ਲੈ ਕੇ ਆਉਂਦੀ। ਮੇਰੇ ਕਮਰੇ ਦੀ ਸਫਾਈ ਵੀ ਉਹੀ ਕਰਦੀ ਸੀ। ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ।
ਪਰ ਕੁਝ ਦਿਨਾਂ ਬਾਅਦ ਮੇਰੇ ਪਤੀ ਦਾ ਰਵੱਈਆ ਪਤਾ ਨਹੀਂ ਕਿਉਂ ਬਦਲਣ ਲੱਗਿਆ। ਪਤਾ ਨਹੀਂ ਕੀ ਮਸਲਾ ਸੀ, ਛੋਟੀ ਛੋਟੀ ਗੱਲ 'ਤੇ ਮੇਰੇ ਨਾਲ ਲੜਨ ਲੱਗਦੇ। ਇੱਕ ਵਾਰ ਮੇਰੇ ਭਰਾ ਦਾ ਦੋਸਤ ਮੈਨੂੰ ਛੱਡਣ ਆਇਆ ਸੀ। ਇਹ ਗੱਲ ਮੇਰੇ ਪਤੀ ਨੂੰ ਪਤਾ ਚੱਲ ਗਈ ਤਾਂ ਉਹ ਮੇਰੇ 'ਤੇ ਸ਼ੱਕ ਕਰਨ ਲੱਗਿਆ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੇਰਾ ਪਤੀ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਸੀ। ਕੋਮਲ ਨੇ ਮੈਨੂੰ ਦੱਸਿਆ ਕਿ ਮੇਰੀ ਸੱਸ ਹੀ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾ ਰਹੀ ਹੈ, ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਹਜੇ ਤੱਕ ਮੇਰੀ ਸੱਸ ਨੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ ਸੀ। ਇਹਨਾਂ ਦਿਨਾਂ ਵਿੱਚ ਹੀ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਮੇਰੀ ਸੱਸ ਨੇ ਮੈਨੂੰ ਗਲੇ ਲਗਾਇਆ ਕਿਉਂਕਿ ਮੈਂ ਉਹਨਾਂ ਦੇ ਖਾਨਦਾਨ ਦਾ ਪਹਿਲਾ ਵਾਰਿਸ ਦੇਣ ਵਾਲੀ ਸੀ, ਪਰ ਉਹ ਹਮੇਸ਼ਾ ਮੈਨੂੰ ਕਹਿੰਦੀ ਕਿ ਕੋਮਲ ਤੋਂ ਦੂਰ ਰਿਹਾ ਕਰ ਕਿਉਂਕਿ ਉਹ ਚੰਗੀ ਕੁੜੀ ਨਹੀਂ ਹੈ। ਉਹੀ ਪ੍ਰਦੀਪ ਨੂੰ ਤੇਰੇ ਖਿਲਾਫ ਭੜਕਾਉਂਦੀ ਹੈ। ਮੈਂ ਤਾਂ ਸੋਚ ਵਿੱਚ ਪੈ ਗਈ ਕਿ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ, ਪਰ ਮੈਨੂੰ ਫਿਰ ਵੀ ਕੋਮਲ 'ਤੇ ਯਕੀਨ ਸੀ। ਉਹ ਤਾਂ ਸਿੱਧੀ ਸਾਦੀ ਤੇ ਭੋਲੀ ਜਿਹੀ ਕੁੜੀ ਸੀ। ਉਸ ਦੇ ਰੂਪ ਵਿੱਚ ਮੈਨੂੰ ਚੰਗੀ ਦੋਸਤ ਮਿਲ ਗਈ ਸੀ। ਮੇਰੇ ਪਤੀ ਵੀ ਮੇਰੀ ਪ੍ਰੈਗਨੈਂਸੀ ਨੂੰ ਲੈ ਕੇ ਬਹੁਤ ਖੁਸ਼ ਸਨ। ਉਹ ਰੋਜ਼ ਮੇਰੇ ਲਈ ਕੋਈ ਗਿਫਟ ਲੈ ਕੇ ਆਉਂਦੇ। ਉਹਨਾਂ ਨੇ ਆਪਣੇ ਵਿਵਹਾਰ ਲਈ ਮੈਥੋਂ ਮਾफ़ੀ ਵੀ ਮੰਗੀ। ਮੈਂ ਵੀ ਉਹਨਾਂ ਨੂੰ ਮਾफ़ ਕਰ ਦਿੱਤਾ, ਪਰ ਮੈਂ ਇਹ ਪਤਾ ਜ਼ਰੂਰ ਕਰਨਾ ਚਾਹੁੰਦੀ ਸੀ ਕਿ ਮੇਰੇ ਪਤੀ ਨੂੰ ਮੇਰੇ ਖਿਲਾਫ ਕਿਸ ਨੇ ਭੜਕਾਇਆ ਸੀ। ਪ੍ਰਦੀਪ ਮੇਰੀ ਬਹੁਤ ਦੇਖਭਾਲ ਕਰਦੇ ਸਨ। ਉਹ ਰੋਜ਼ ਮੇਰੇ ਲਈ ਕੁਝ ਖਾਣ ਨੂੰ ਲੈ ਕੇ ਆਉਂਦੇ ਸਨ। ਇਸ ਖੁਸ਼ਖਬਰੀ ਨਾਲ ਘਰ ਦਾ ਮਾਹੌਲ ਵੀ ਚੰਗਾ ਹੋ ਗਿਆ ਸੀ, ਪਰ ਮੈਂ ਨੋਟਿਸ ਕਰ ਰਹੀ ਸੀ ਕਿ ਕੁਝ ਦਿਨਾਂ ਤੋਂ ਕੋਮਲ ਪਰੇਸ਼ਾਨ ਰਹਿਣ ਲੱਗੀ ਸੀ। ਮੈਂ ਉਸ 'ਤੇ ਸ਼ੱਕ ਕਰਨ ਲੱਗੀ ਸੀ ਕਿ ਕਿਤੇ ਮੇਰੀ ਸੱਸ ਠੀਕ ਤਾਂ ਨਹੀਂ ਕਹਿ ਰਹੀ ਸੀ। ਹੁਣ ਮੈਂ ਕੋਮਲ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਕਿਤੇ ਮੇਰੇ ਖਿਲਾਫ ਉਹ ਕੋਈ ਸਾਜ਼ਿਸ਼ ਤਾਂ ਨਹੀਂ ਕਰ ਰਹੀ, ਪਰ ਅਜਿਹਾ ਮੈਨੂੰ ਕੁਝ ਨਹੀਂ ਲੱਗਿਆ। ਇੱਕ ਦਿਨ ਮੈਂ ਕੋਮਲ ਨੂੰ ਪੁੱਛ ਹੀ ਲਿਆ ਕਿ ਕੀ ਗੱਲ ਹੈ, ਤੂੰ ਇੰਨੀ ਪਰੇਸ਼ਾਨ ਕਿਉਂ ਹੈ। ਉਹ ਕਹਿਣ ਲੱਗੀ ਕਿ ਮੈਂ ਆਪਣੇ ਲਈ ਨਹੀਂ ਸਗੋਂ ਤੁਹਾਡੇ ਲਈ ਪਰੇਸ਼ਾਨ ਹਾਂ। ਉਸ ਦੀ ਗੱਲ ਸੁਣ ਕੇ ਮੈਂ ਚੌਂਕ ਗਈ ਕਿ ਉਹ ਮੇਰੇ ਲਈ ਪਰੇਸ਼ਾਨ ਕਿਉਂ ਹੈ। ਉਹ ਕਹਿਣ ਲੱਗੀ, ਛੱਡੋ, ਤੁਸੀਂ ਕਿਹੜਾ ਮੇਰੀ ਗੱਲ 'ਤੇ ਯਕੀਨ ਕਰਨਾ ਹੈ। ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਮੈਂ ਸੋਚਦੀ ਹੀ ਰਹਿ ਗਈ ਕਿ ਗੱਲ ਕੀ ਹੈ, ਇਹ ਇੰਨੀ ਸੀਰੀਅਸ ਹੋ ਕੇ ਗੱਲ ਕਿਉਂ ਕਰ ਰਹੀ ਹੈ। ਇਸੇ ਦੌਰਾਨ ਮੇਰੇ ਨਾਲ ਅਜੀਬੋ-ਗਰੀਬ ਹਾਦਸਾ ਹੋਇਆ। ਮੇਰੇ ਪੇਟ ਵਿੱਚ ਦਰਦ ਹੋਣ ਲੱਗਿਆ। ਮੇਰੀ ਹਾਲਤ ਬਹੁਤ ਖਰਾਬ ਹੋ ਗਈ। ਉਹ ਤਾਂ ਰੱਬ ਦਾ ਸ਼ੁਕਰ ਹੈ ਕਿ ਉਸ ਦਿਨ ਮੈਂ ਹਸਪਤਾਲ ਵਿੱਚ ਹੀ ਸੀ। ਡਾਕਟਰ ਕਹਿਣ ਲੱਗੇ ਕਿ ਤੂੰ ਕੁਝ ਗਲਤ ਖਾ ਲਿਆ ਹੈ, ਜਿਸ ਦੀ ਵਜ੍ਹਾ ਕਰਕੇ ਮੇਰਾ ਗਰਭਪਾਤ ਹੁੰਦਾ ਬਚਿਆ ਸੀ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਤਾਂ ਉਹੀ ਕੁਝ ਖਾ ਰਹੀ ਸੀ ਜੋ ਮੇਰਾ ਪਤੀ ਜਾਂ ਕੋਮਲ ਜਾਂ ਫਿਰ ਮੇਰੀ ਸੱਸ ਮੈਨੂੰ ਦਿੰਦੇ ਸਨ। ਇਹਨਾਂ ਤਿੰਨਾਂ 'ਤੇ ਤਾਂ ਮੈਂ ਸ਼ੱਕ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਸੱਸ ਤਾਂ ਮੇਰੀ ਪ੍ਰੈਗਨੈਂਸੀ ਬਾਰੇ ਸੁਣ ਕੇ ਬਹੁਤ ਖੁਸ਼ ਸੀ। ਉਦੋਂ ਤੋਂ ਉਹ ਮੇਰਾ ਬਹੁਤ ਖਿਆਲ ਰੱਖਦੀ ਸੀ। ਉਹ ਮੇਰੇ ਬਾਰੇ ਕੁਝ ਵੀ ਗਲਤ ਕਿਵੇਂ ਸੋਚ ਸਕਦੀ ਸੀ। ਦਿਓਰ ਦਰਾਣੀ ਵੀ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਸਨ। ਉਹ ਵੀ ਅਜਿਹਾ ਕੁਝ ਨਹੀਂ ਕਰ ਸਕਦੇ ਸੀ। ਕਿਸ ਨੇ ਮੇਰੇ ਨਾਲ ਅਜਿਹੀ ਹਰਕਤ ਕੀਤੀ, ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਲੱਗਿਆ ਸੀ। ਫਿਰ ਮੈਂ ਸੋਚਿਆ ਕਿ ਕੋਮਲ ਮੇਰੇ ਲਈ ਪਰੇਸ਼ਾਨ ਸੀ। ਸ਼ਾਇਦ ਉਹ ਕੁਝ ਇਸ ਬਾਰੇ ਜਾਣਦੀ ਹੋਵੇ। ਉਹ ਮੈਨੂੰ ਅਕਸਰ ਕਹਿੰਦੀ ਸੀ ਕਿ ਤੁਸੀਂ ਆਪਣਾ ਖਿਆਲ ਰੱਖਿਆ ਕਰੋ। ਮੈਂ ਉਸ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ। ਮੈਂ ਘਰ ਆਈ ਤੇ ਕਿਸੇ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਜਾਂਦੇ ਹੀ ਮੈਂ ਕੋਮਲ ਕੋਲ ਗਈ ਤੇ ਉਸਨੂੰ ਕਿਹਾ ਕਿ ਤੂੰ ਜਾਣਦੀ ਹੈ ਕਿ ਮੇਰੇ ਨਾਲ ਕੌਣ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਲੱਗਿਆ ਕਿ ਉਹ ਮੇਰੀ ਸੱਸ ਜਾਂ ਦਰਾਣੀ ਦਾ ਨਾਮ ਲਵੇਗੀ, ਪਰ ਉਸਨੇ ਜਿਸ ਦਾ ਨਾਮ ਲਿਆ ਉਹ ਸੁਣ ਕੇ ਮੇਰੇ 'ਤੇ ਜਿਵੇਂ ਪਹਾੜ ਡਿੱਗ ਪਿਆ ਹੋਵੇ। ਮੈਂ ਉਸਨੂੰ ਪਿੱਛੇ ਵੱਲ ਧੱਕਾ ਦੇ ਦਿੱਤਾ। ਮੈਂ ਉਸਦੀ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ। ਉਹ ਕਹਿਣ ਲੱਗੀ ਕਿ ਤੁਹਾਡਾ ਪਤੀ ਹੀ ਤੁਹਾਡੇ 'ਤੇ ਜ਼ੁਲਮ ਕਰਦਾ ਹੈ। ਮੈਂ ਉਸਨੂੰ ਕਿਹਾ ਕਿ ਮੇਰਾ ਪਤੀ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ। ਉਹ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਹੈ। ਉਹ ਰਾਤ ਨੂੰ ਉਦੋਂ ਤੱਕ ਨਹੀਂ ਸੌਂਦੇ ਜਦੋਂ ਤੱਕ ਮੈਂ ਸੌਂ ਨਾ ਜਾਵਾਂ। ਕੋਮਲ ਮੈਨੂੰ ਕੁਝ ਕਹਿਣ ਹੀ ਵਾਲੀ ਸੀ ਕਿ ਮੈਂ ਗੁੱਸੇ ਵਿੱਚ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਉਸਦੀ ਗੱਲ 'ਤੇ ਬਿਲਕੁਲ ਵੀ ਭਰੋਸਾ ਨਹੀਂ ਕਰ ਸਕਦੀ ਸੀ। ਮੇਰਾ ਪਤੀ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦਾ ਸੀ। ਉਹ ਤਾਂ ਇੰਨਾ ਖੁਸ਼ ਸੀ, ਮੇਰੀ ਇੰਨੀ ਦੇਖਭਾਲ ਕਰਦਾ ਸੀ, ਮੈਨੂੰ ਇੰਨਾ ਪਿਆਰ ਕਰਦਾ ਸੀ। ਮੈਂ ਕੋਮਲ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਪਰ ਇੱਕ ਦਿਨ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਸੱਚ ਕਹਿ ਰਹੀ ਹਾਂ, ਉਹ ਨਾਟਕ ਕਰ ਰਹੇ ਹਨ, ਉਸਨੂੰ ਇਹ ਬੱਚਾ ਨਹੀਂ ਚਾਹੀਦਾ। ਮੈਂ ਉਹਨਾਂ ਨੂੰ ਫ਼ੋਨ 'ਤੇ ਗੱਲ ਕਰਦੇ ਹੋਏ ਸੁਣਿਆ ਸੀ। ਮੇਰੀ ਗੱਲ 'ਤੇ ਯਕੀਨ ਕਰੋ, ਮੈਂ ਝੂਠ ਨਹੀਂ ਬੋਲ ਰਹੀ ਹਾਂ। ਤੁਹਾਨੂੰ ਝੂਠ ਬੋਲ ਕੇ ਮੈਨੂੰ ਕੀ ਮਿਲੇਗਾ। ਮੈਂ ਤੁਹਾਡੇ ਭਲੇ ਲਈ ਕਹਿ ਰਹੀ ਹਾਂ। ਮੈਂ ਵੀ ਦਿਲ ਵਿੱਚ ਸੋਚਿਆ ਕਿ ਇਸ ਨੂੰ ਮੇਰੇ ਪਤੀ ਬਾਰੇ ਝੂਠ ਬੋਲ ਕੇ ਕੀ ਮਿਲੇਗਾ। ਸਾਡੀ ਲੜਾਈ ਵਿੱਚ ਇਸ ਦਾ ਕੀ ਫਾਇਦਾ। ਮੈਂ ਉਸਨੂੰ ਕਿਹਾ, ਠੀਕ ਹੈ, ਮੈਂ ਆਪਣੇ ਪਤੀ 'ਤੇ ਨਜ਼ਰ ਰੱਖਾਂਗੀ। ਹੁਣ ਮੈਂ ਪ੍ਰਦੀਪ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ, ਪਰ ਮੈਨੂੰ ਕੁਝ ਅਜਿਹਾ ਨਹੀਂ ਲੱਗਿਆ ਜਿਸ ਕਰਕੇ ਮੈਂ ਉਹਨਾਂ 'ਤੇ ਸ਼ੱਕ ਕਰਦੀ। ਉਹ ਉਸੇ ਤਰ੍ਹਾਂ ਮੇਰੀ ਦੇਖਭਾਲ ਕਰਦੇ, ਰੋਜ਼ ਕੁਝ ਖਾਣ ਨੂੰ ਲੈ ਕੇ ਆਉਂਦੇ। ਉਹ ਬੱਚੇ ਲਈ ਵੀ ਪਹਿਲਾਂ ਹੀ ਸ਼ਾਪਿੰਗ ਕਰਨ ਲੱਗੇ ਸਨ। ਸਭ ਕੁਝ ਤਾਂ ਠੀਕ ਸੀ। ਮੈਂ ਕੋਮਲ ਨੂੰ ਸਖਤੀ ਨਾਲ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਪ੍ਰਦੀਪ ਦੇ ਖਿਲਾਫ ਕੋਈ ਗੱਲ ਨਾ ਕਰੀ, ਪਰ ਉਹ ਆਪਣੀ ਗੱਲ 'ਤੇ ਕਾਇਮ ਸੀ। ਉਹ ਕਹਿਣ ਲੱਗੀ ਕਿ ਬਸ ਇੱਕ ਕੰਮ ਕਰਨਾ, ਅੱਜ ਰਾਤ ਨੂੰ ਤੁਸੀਂ ਸੌਣ ਦਾ ਨਾਟਕ ਕਰਿਓ, ਸਾਰਾ ਸੱਚ ਤੁਹਾਨੂੰ ਪਤਾ ਚੱਲ ਜਾਵੇਗਾ। ਮੈਂ ਰਾਤ ਨੂੰ ਅਜਿਹਾ ਹੀ ਕੀਤਾ। ਮੈਂ ਅੱਖਾਂ ਬੰਦ ਕਰ ਲਈਆਂ ਤਾਂ ਕਿ ਪ੍ਰਦੀਪ ਨੂੰ ਲੱਗੇ ਕਿ ਮੈਂ ਗੂੜ੍ਹੀ ਨੀਂਦ ਸੌਂ ਗਈ ਹਾਂ। ਕੁਝ ਦੇਰ ਬਾਅਦ ਮੇਰਾ ਪਤੀ ਮੇਰੇ ਪਾਣੀ
ਵਿੱਚ ਜੋ ਰਾਤ ਨੂੰ ਮੈਂ ਪੀਂਦੀ ਸੀ ਕੋਈ ਦਵਾਈ ਮਿਲਾ ਰਿਹਾ ਸੀ। ਅਚਾਨਕ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਤੇ ਕਹਿਣ ਲੱਗੇ ਕਿ ਤੂੰ ਕੱਲ੍ਹ 10 ਵਜੇ ਪਹੁੰਚ ਜਾਣਾ, ਮੈਂ ਵੀ ਸਮੇਂ 'ਤੇ ਆ ਜਾਵਾਂਗਾ। ਜਦੋਂ ਪ੍ਰਦੀਪ ਸੌਂ ਗਿਆ ਤਾਂ ਮੈਂ ਡਸਟਬਿਨ 'ਚੋਂ ਦਵਾਈ ਚੁੱਕ ਕੇ ਦੇਖੀ ਤਾਂ ਮੇਰੀ ਅੱਖਾਂ ਅੱਗੇ ਹਨੇਰਾ ਛਾ ਗਿਆ। ਮਤਲਬ ਕਿ ਕੋਮਲ ਸੱਚ ਕਹਿ ਰਹੀ ਸੀ। ਮੇਰਾ ਪਤੀ ਮੈਨੂੰ ਧੋਖਾ ਦੇ ਰਿਹਾ ਹੈ। ਉਹ ਅਜਿਹੀ ਦਵਾਈ ਸੀ ਜਿਸ ਦੇ ਰੋਜ਼ਾਨਾ ਇਸਤੇਮਾਲ ਨਾਲ ਮੈਂ ਆਪਣਾ ਬੱਚਾ ਖੋ ਸਕਦੀ ਸੀ। ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਪ੍ਰਦੀਪ ਦੀ ਜ਼ਿੰਦਗੀ ਵਿੱਚ ਕੋਈ ਹੋਰ ਔਰਤ ਹੈ ਜੋ ਮੇਰੇ ਨਾਲ ਅਜਿਹਾ ਕਰ ਰਿਹਾ ਹੈ। ਮੈਂ ਸੋਚ ਲਿਆ ਕਿ ਮੈਂ ਸਵੇਰੇ ਪ੍ਰਦੀਪ ਦਾ ਪਿੱਛਾ ਕਰਕੇ ਪਤਾ ਕਰਾਂਗੀ ਕਿ ਉਹ ਕਿਸ ਨੂੰ ਮਿਲਣ ਜਾ ਰਿਹਾ ਹੈ। ਉਹ ਸਵੇਰੇ ਇੱਕ ਰੈਸਟੋਰੈਂਟ ਵਿੱਚ ਗਏ ਜਿੱਥੇ ਇੱਕ ਕੁੜੀ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਮੇਰਾ ਪਤੀ ਉਸ ਕੋਲ ਪਹੁੰਚਿਆ। ਮੇਰਾ ਦਿਲ ਟੁੱਟ ਗਿਆ ਕਿ ਮੇਰਾ ਪਤੀ ਇੱਕ ਧੋਖੇਬਾਜ਼ ਆਦਮੀ ਸੀ। ਮੈਂ ਦੋਨਾਂ ਕੋਲ ਪਹੁੰਚੀ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਪ੍ਰਦੀਪ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ। ਮੈਂ ਪ੍ਰਦੀਪ ਦੀ ਗੱਲ ਨਾ ਸੁਣ ਕੇ ਉਸ ਕੁੜੀ ਨੂੰ ਕਿਹਾ ਕਿ ਤੈਨੂੰ ਪਤਾ ਹੈ ਕਿ ਇਹ ਆਦਮੀ ਸ਼ਾਦੀशुदा ਹੈ। ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਉਸਨੂੰ ਕਿਹਾ ਕਿ ਤੈਨੂੰ ਮੇਰੇ ਪਤੀ ਨਾਲ ਚੱਕਰ ਚਲਾਉਂਦੇ ਸ਼ਰਮ ਨਹੀਂ ਆਈ। ਮੇਰਾ ਪਤੀ ਘਬਰਾ ਗਿਆ। ਮੈਨੂੰ ਕਹਿਣ ਲੱਗਿਆ ਕਿ ਤੂੰ ਗਲਤ ਸਮਝ ਰਹੀ ਹੈ, ਪਰ ਮੈਂ ਉਸਦੀ ਕੋਈ ਗੱਲ ਨਾ ਸੁਣੀ ਤੇ ਰੋਂਦੇ ਹੋਏ ਸਿੱਧਾ ਆਪਣੇ ਪੇਕੇ ਚਲੀ ਗਈ, ਇਸ ਉਮੀਦ ਨਾਲ ਕਿ ਪ੍ਰਦੀਪ ਮੈਥੋਂ ਮਾफ़ੀ ਮੰਗਣ ਜ਼ਰੂਰ ਆਵੇਗਾ। ਪਰ 2 ਹਫ਼ਤੇ ਹੋ ਗਏ ਸਨ, ਕਿਸੇ ਦੀ ਕੋਈ ਖਬਰ ਹੀ ਨਹੀਂ ਸੀ। ਮੈਂ ਵੀ ਗੁੱਸੇ ਵਿੱਚ ਕੋਈ ਫ਼ੋਨ ਨਹੀਂ ਕੀਤਾ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਗਲਤੀ ਹੋਣ ਦੇ ਬਾਵਜੂਦ ਵੀ ਪ੍ਰਦੀਪ ਨੇ ਮੈਥੋਂ ਮਾफ़ੀ ਕਿਉਂ ਨਹੀਂ ਮੰਗੀ। ਇੱਕ ਦਿਨ ਮੈਂ ਡਾਕਟਰ ਕੋਲ ਚੈੱਕਅਪ ਜਾਣ ਲਈ ਜਾਣਾ ਸੀ, ਪਰ ਫਿਰ ਖਿਆਲ ਆਇਆ ਕਿ ਮੇਰੀ ਪ੍ਰੈਗਨੈਂਸੀ ਦੀ ਫਾਈਲ ਤਾਂ ਸਸੁਰਾਲ ਵਿੱਚ ਹੀ ਹੈ। ਮੈਂ ਆਪਣੇ ਸਸੁਰਾਲ ਫਾਈਲ ਲੈਣ ਲਈ ਪਹੁੰਚੀ। ਘਰ ਵਿੱਚ ਕੋਈ ਨਹੀਂ ਸੀ, ਸਭ ਪਾਸੇ ਖਾਮੋਸ਼ੀ ਸੀ। ਮੈਂ ਜਾ ਕੇ ਜਿਵੇਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੇਰੇ ਪਤੀ ਨੇ ਕੋਮਲ ਦੇ ਹੱਥ ਫੜੇ ਹੋਏ ਸਨ ਤੇ ਕਹਿ ਰਹੇ ਸਨ ਕਿ ਮੈਂ ਸੁਮਨ ਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਮੈਂ ਕਿਹਾ, ਵਾਹ, ਮੇਰੀ ਪਿੱਠ ਪਿੱਛੇ ਇਹ ਸਭ ਚੱਲ ਰਿਹਾ ਹੈ। ਆਪਣੇ ਪਤੀ ਤੋਂ ਜ਼ਿਆਦਾ ਹੈਰਾਨੀ ਮੈਨੂੰ ਕੋਮਲ 'ਤੇ ਹੋ ਰਹੀ ਸੀ ਕਿ ਉਹ ਮੇਰੀ ਪਿੱਠ ਪਿੱਛੇ ਮੇਰੇ ਪਤੀ ਨਾਲ ਹੀ ਇਹ ਸਭ ਕਰ ਰਹੀ ਸੀ। ਮੈਨੂੰ ਦੇਖ ਕੇ ਉਹ ਘਬਰਾ ਗਈ ਤੇ ਭੱਜ ਕੇ ਕਮਰੇ ਵਿੱਚੋਂ ਬਾਹਰ ਜਾਣ ਲੱਗੀ। ਮੈਂ ਉਸਨੂੰ ਬਾਂਹ ਫੜ ਕੇ ਰੋਕ ਲਿਆ ਤੇ ਕਿਹਾ ਕਿ ਸੱਚ ਦੱਸੇ ਬਿਨਾਂ ਤੂੰ ਕਿਤੇ ਨਹੀਂ ਜਾ ਸਕਦੀ। ਸਾਰਾ ਖੇਲ ਤਾਂ ਤੂੰ ਹੀ ਸ਼ੁਰੂ ਕੀਤਾ ਹੈ। ਘਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ। ਮੈਂ ਕਿਹਾ ਕਿ ਤੂੰ ਮੇਰੇ ਪਤੀ ਦੇ ਕਮਰੇ ਵਿੱਚ ਕੀ ਕਰ ਰਹੀ ਸੀ ਤਾਂ ਉਹ ਕਹਿਣ ਲੱਗੀ ਕਿ ਇਹ ਤੇਰਾ ਪਤੀ ਸੀ ਪਰ ਹੁਣ ਨਹੀਂ ਰਹੇਗਾ, ਕਿਉਂਕਿ ਇਹ ਤੈਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰੇਗਾ। ਮੈਂ ਉਸਨੂੰ ਪੁੱਛਿਆ ਕਿ ਤੂੰ ਮੇਰਾ ਘਰ ਕਿਉਂ ਖਰਾਬ ਕੀਤਾ ਤਾਂ ਮੇਰਾ ਪਤੀ ਬੋਲਿਆ ਕਿ ਤੇਰਾ ਘਰ ਕੋਮਲ ਕਰਕੇ ਨਹੀਂ, ਸਗੋਂ ਤੇਰੇ ਆਪਣੇ ਆਸ਼ਿਕ ਕਰਕੇ ਖਰਾਬ ਹੋਇਆ ਹੈ, ਮੈਂ ਜੋ ਤੈਨੂੰ ਇੱਕ ਦਿਨ ਇੱਥੇ ਛੱਡ ਕੇ ਗਿਆ ਸੀ। ਮੈਂ ਹੈਰਾਨ ਰਹਿ ਗਈ ਕਿ ਪ੍ਰਦੀਪ ਅਜਿਹਾ ਕਿਵੇਂ ਸੋਚ ਸਕਦਾ ਸੀ। ਉਹ ਤਾਂ ਸਿਰਫ ਮੇਰੇ ਭਰਾ ਦਾ ਦੋਸਤ ਸੀ। ਮੈਂ ਉਸਨੂੰ ਕਿਹਾ ਕਿ ਤੁਸੀਂ ਜਿਸ ਨਾਲ ਮੇਰਾ ਨਾਮ ਜੋੜ ਰਹੇ ਹੋ ਉਹ ਤਾਂ ਮੇਰੇ ਭਰਾਵਾਂ ਵਰਗਾ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਕਿਸ ਨੇ ਕਿਹਾ ਤਾਂ ਉਹਨਾਂ ਨੇ ਕੋਮਲ ਦਾ ਨਾਂ ਲਿਆ। ਹੁਣ ਮੈਨੂੰ ਸਭ ਸਮਝ ਆ ਗਿਆ ਸੀ ਕਿ ਕੋਮਲ ਹੀ ਮੈਨੂੰ ਤੇ ਮੇਰੇ ਪਤੀ ਨੂੰ ਭੜਕਾ ਰਹੀ ਹੈ। ਮੈਂ ਪ੍ਰਦੀਪ ਨੂੰ ਕਿਹਾ ਕਿ ਮੈਂ ਇਸ ਦੇ ਕਹਿਣ 'ਤੇ ਹੀ ਤੁਹਾਡੇ 'ਤੇ ਸ਼ੱਕ ਕੀਤਾ। ਮੈਂ ਪ੍ਰਦੀਪ ਨੂੰ ਸਾਰੀ ਗੱਲ ਦੱਸੀ। ਮੇਰੀ ਸੱਸ ਨੇ ਅੱਗੇ ਵੱਧ ਕੇ ਕੋਮਲ ਦੇ ਥੱਪੜ ਜੜ ਦਿੱਤਾ ਤੇ ਕਿਹਾ ਕਿ ਚੁੱਪ ਕਿਉਂ ਖੜੀ ਹੈ, ਦੱਸ ਇਹ ਸਭ ਕਿਉਂ ਕੀਤਾ। ਕੋਮਲ ਕਹਿਣ ਲੱਗੀ ਕਿ ਇਹ ਸਭ ਮੈਂ ਹੀ ਕੀਤਾ ਹੈ ਕਿਉਂਕਿ ਮੈਂ ਪ੍ਰਦੀਪ ਨੂੰ ਪਸੰਦ ਕਰਦੀ ਸੀ। ਇਸ ਘਰ ਵਿੱਚ ਸਿਰਫ ਉਹੀ ਸੀ ਜੋ ਮੇਰੇ ਨਾਲ ਚੰਗਾ ਸਲੂਕ ਕਰਦਾ ਸੀ, ਬਾਕੀ ਸਭ ਤਾਂ ਮੈਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦੇ ਸਨ। ਮੇਰਾ ਪਤੀ ਵੀ ਮੈਨੂੰ ਕੁਝ ਨਹੀਂ ਸਮਝਦਾ ਸੀ। ਇਸ ਤੋਂ ਪਹਿਲਾਂ ਕਿ ਮੈਂ ਪ੍ਰਦੀਪ ਨੂੰ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੀ, ਉਸ ਦਾ ਵਿਆਹ ਸੁਮਨ ਨਾਲ ਕਰ ਦਿੱਤਾ। ਇਸ ਲਈ ਮੈਂ ਪਹਿਲਾਂ ਸੁਮਨ ਦਾ ਵਿਸ਼ਵਾਸ ਜਿੱਤਿਆ। ਦੂਜੇ ਪਾਸੇ ਮੈਂ ਪ੍ਰਦੀਪ ਨੂੰ ਸੁਮਨ ਦੇ ਖਿਲਾਫ ਭੜਕਾਇਆ, ਪਰ ਸੁਮਨ ਦੀ ਪ੍ਰੈਗਨੈਂਸੀ ਕਰਕੇ ਪ੍ਰਦੀਪ ਸਭ ਭੁੱਲ ਗਿਆ। ਇਸ ਲਈ ਮੈਂ ਸੋਚਿਆ ਕਿ ਸੁਮਨ ਨੂੰ ਪ੍ਰਦੀਪ ਦੇ ਖਿਲਾਫ ਕਰ ਦਿੰਦੀ ਹਾਂ। ਮੈਂ ਇਸ ਦੇ ਬੱਚੇ ਨੂੰ ਮਾਰਨ ਲਈ ਖਾਣੇ ਵਿੱਚ ਮਿਲਾ ਕੇ ਦਵਾਈ ਦਿੰਦੀ, ਪਰ ਇਹ ਬਚ ਗਈ। ਫਿਰ ਮੈਂ ਪ੍ਰਦੀਪ ਨੂੰ ਦਵਾਈ ਦਿੱਤੀ ਕਿ ਡਾਕਟਰ ਨੇ ਸੁਮਨ ਦੇ ਪਾਣੀ ਵਿੱਚ ਮਿਲਾਉਣ ਲਈ ਕਿਹਾ ਹੈ। ਤੇ ਅਗਲੇ ਦਿਨ ਪ੍ਰਦੀਪ ਮੇਰੀ ਸਹੇਲੀ ਨੂੰ ਮਿਲਣ ਗਿਆ ਜਿਸ ਨੂੰ ਨੌਕਰੀ ਦੀ ਲੋੜ ਸੀ। ਸੁਮਨ ਦੇ ਦਿਲ ਵਿੱਚ ਮੈਂ ਸ਼ੱਕ ਦਾ ਬੀਜ ਪਹਿਲਾਂ ਹੀ ਬੀਜ ਦਿੱਤਾ ਸੀ। ਉਸਨੇ ਸਭ ਕੁਝ ਉਸ ਤਰ੍ਹਾਂ ਹੀ ਸਮਝਿਆ ਜਿਵੇਂ ਮੈਂ ਚਾਹੁੰਦੀ ਸੀ। ਮੇਰਾ ਪਲਾਨ ਕਾਮਯਾਬ ਹੋਇਆ। ਉਹ ਘਰ ਛੱਡ ਕੇ ਚਲੀ ਗਈ। ਇੱਧਰ ਮੈਂ ਪ੍ਰਦੀਪ ਨੂੰ ਕਿਹਾ ਕਿ ਸੁਮਨ ਉਸ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਇਹ ਦੋਨੋਂ ਇੱਕ ਦੂਜੇ ਨਾਲ ਗੱਲ ਨਾ ਕਰਨ। ਮੈਂ ਪੂਰੀ ਤਰ੍ਹਾਂ ਕਾਮਯਾਬ ਵੀ ਹੋ ਗਈ ਸੀ। ਮੈਂ ਹੌਲੀ ਹੌਲੀ ਪ੍ਰਦੀਪ ਦੇ ਦਿਲ ਵਿੱਚ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ। ਮੈਂ ਤਾਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਉਸਦੇ ਦਿਲ ਵਿੱਚ ਕਿੰਨੀ ਨਫ਼ਰਤ ਭਰੀ ਪਈ ਸੀ। ਉਹ ਕਿਸ ਹੱਦ ਤੱਕ ਪਹੁੰਚ ਗਈ ਸੀ। ਉਸਦੀ ਸੋਚ ਇੰਨੀ ਖਤਰਨਾਕ ਹੋ ਗਈ ਸੀ। ਖੈਰ, ਪ੍ਰਦੀਪ ਨੇ ਮੈਥੋਂ ਸਭ ਦੇ ਸਾਹਮਣੇ ਮਾफ़ੀ ਮੰਗੀ। ਮੈਂ ਵੀ ਪ੍ਰਦੀਪ ਤੋਂ ਮਾफ़ੀ ਮੰਗੀ। ਹੁਣ ਸਾਡੇ ਵਿੱਚ ਸਭ ਠੀਕ ਹੋ ਗਿਆ ਸੀ। ਮੈਂ ਕੋਮਲ ਨਾਲ ਕੋਈ ਵਾਸਤਾ ਨਹੀਂ ਰੱਖਿਆ, ਹਮੇਸ਼ਾ ਧਿਆਨ ਰੱਖਦੀ ਕਿ ਉਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਪਰ ਕੁਝ ਦਿਨਾਂ ਬਾਅਦ ਉਹ ਆਪ ਹੀ ਘਰ ਛੱਡ ਕੇ ਚਲੀ ਗਈ। ਪਤਾ ਨਹੀਂ ਉਹ ਕਿੱਥੇ ਗਈ, ਪਰ ਮੈਂ ਖੁਸ਼ ਸੀ ਕਿ ਉਸਦਾ ਸਾਇਆ ਮੇਰੀ ਜ਼ਿੰਦਗੀ ਤੋਂ ਟਲ ਗਿਆ ਸੀ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ, ਪਰ ਹੁਣ ਕਿਸੇ ਅਣਜਾਣ 'ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ।
ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।